Hello everyone, welcome to Victor's Knowledge. This is Sheenu Sharma, and today we are going to discuss a very important topic from the subject computer knowledge. So basically ਜਿਹੜਾ ਇਹ topic ਹੈ ਵੈਸੇ ਤਾਂ ਇਹ ਕਾਂਸਟੇਬਲ ਦਾ ਜਿਹੜਾ ਪੇਪਰ ਹੋਣਾ ਹੈ ਉਹਦੇ ਵਿੱਚ ਸਪੈਸ਼ਲੀ ਮੈਂਸ਼ਨਡ ਹੈ ਬਟ ਜਿਹੜੇ ਸਟੂਡੈਂਟਸ ਪੰਜਾਬ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਵੀ ਇਸ ਟੌਪਿਕ ਨੂੰ ਮਿਸ ਨਹੀਂ ਕਰਨਾ ਕਿਉਂਕਿ ਇਹ ਟੌਪਿਕ ਹੈ ਜਿਹੜਾ ਚਾਹੇ ਆਪਾਂ ਇੰਟਰਨੈਟ ਦੀ ਗੱਲ ਕਰੀਏ ਜਾਂ ਕਿਸੇ ਵੀ ਹੋਰ ਬੇਸਿਕ ਕੰਪਿਊਟਰ ਅਵੇਅਰਨੈਸ ਦੀ ਗੱਲ ਕਰੀਏ ਤਾਂ ਇਹ ਟੌਪਿਕ ਦੇ ਵਿੱਚੋਂ ਕੁਐਸਚਨਸ ਆਉਣ ਦੇ ਬਹੁਤ ਚਾਂਸਸ ਨੇ ਤੇ ਇਹਦੇ ਵਿੱਚੋਂ ਬਹੁਤ ਸਿੰਪਲ ਜਿਹੇ ਕੁਐਸਚਨ ਬਣਦੇ ਨੇ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਈਮੇਲ ਇਹਦੀ ਫੁੱਲ ਫਾਰਮ ਕੀ ਹੈ ਤੁਸੀਂ ਇਹ ਜਾਣ ਲਓ ਜਿਹੜਾ ਈਮੇਲ ਹੈ ਇਹ ਵਰਡ ਇਕੱਠਾ ਨਹੀਂ ਹੈ ਇਹ ਅਸਲ ਵਿੱਚ ਦੋ ਵਰਡ ਨੇ ਇਲੈਕਟ੍ਰੋਨਿਕ ਮੇਲ ਕੀ ਹੁੰਦਾ ਕਿਸੇ ਨੂੰ ਤੁਸੀਂ ਆਪਣਾ ਮੈਸੇਜ ਭੇਜਣਾ ਜਿਵੇਂ ਪਹਿਲਾਂ ਆਪਾਂ ਚਿੱਠੀ ਭੇਜਦੇ ਸੀ ਪੋਸਟ ਦੇ ਜ਼ਰੀਏ ਡਾਕਖਾਨੇ ਦੇ ਜ਼ਰੀਏ ਸੋ ਈ ਦਾ ਮਤਲਬ ਹੈ ਉਰੇ ਇਲੈਕਟ੍ਰੋਨਿਕ ਆਨਲਾਈਨ ਜਦੋਂ ਆਪਾਂ ਇੰਟਰਨੈਟ ਦੀ ਮਦਦ ਦੇ ਨਾਲ ਇਲੈਕਟ੍ਰੋਨਿਕਲੀ ਆਨਲਾਈਨ ਕਿਸੇ ਨੂੰ ਆਪਣਾ ਮੈਸੇਜ ਭੇਜੀਏ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਈਮੇਲ ਸੋ ਇਲੈਕਟ੍ਰੋਨਿਕ ਮੇਲ ਈਮੇਲ is a method of exchanging messages between people using electronic devices ਇਹ ਜਿਹੜਾ ਈਮੇਲ ਹੈ ਇਹਦੇ ਜ਼ਰੀਏ ਆਪਾਂ ਉਦੋਂ ਹੀ ਵਾਰਤਾਲਾਪ ਕਰ ਸਕਦੇ ਹਾਂ ਉਦੋਂ ਹੀ ਮੈਸੇਜ ਭੇਜ ਸਕਦੇ ਹਾਂ ਜਦੋਂ ਆਪਣੇ ਕੋਲ ਤੇ ਜਿਹੜੇ ਬੰਦੇ ਦੇ ਕੋਲ ਤੁਸੀਂ ਈਮੇਲ ਭੇਜਣੀ ਹੈ ਦੋਨਾਂ ਦੇ ਕੋਲ ਜਿਹੜਾ ਡਿਵਾਈਸ ਹੈ ਉਹ ਇਲੈਕਟ੍ਰੋਨਿਕ ਹੋਵੇ ਉਹ ਨੈਟ ਦੀ ਵਰਤੋਂ ਦੇ ਨਾਲ ਚੱਲਣ ਵਾਲਾ ਹੋਵੇ ਉਹਦੇ ਵਿੱਚ ਇਸ ਈਮੇਲ ਦੀ ਸੁਵਿਧਾ ਹੋਵੇ ਸੋ ਇਹ ਨਹੀਂ ਕਿ ਤੁਹਾਡੇ ਕੋਲ ਈਮੇਲ ਦੀ ਸੁਵਿਧਾ ਹੈ ਤੁਸੀਂ ਕਿਸੇ ਨੂੰ ਮੇਲ ਭੇਜਦੀ ਤਾਂ ਦੂਜੇ ਬੰਦੇ ਦੇ ਕੋਲ ਉਦੋਂ ਹੀ ਪਹੁੰਚੂ ਜੇ ਉਹਦੇ ਕੋਲ ਵੀ ਸੇਮ ਇੱਕ ਈਮੇਲ ਨੂੰ ਪੜਨ ਵਾਲਾ ਡਿਵਾਈਸ ਹੈ ਸੋ ਕਹਿੰਦੇ 1960 ਦੇ ਅਰਾਊਂਡ ਜਿਹੜੀ ਈਮੇਲ ਹੈ ਇਹਦੀ ਐਂਟਰੀ ਹੋ ਗਈ ਸੀ ਪਰ ਇਹ ਬਹੁਤ ਹੀ ਜ਼ਿਆਦਾ ਲਿਮਿਟਿਡ ਕੰਮਾਂ ਦੇ ਲਈ ਵਰਤੀ ਜਾਂਦੀ ਸੀ ਸੋ ਕੁਝ ਸਿਸਟਮ ਸੀ ਜਿਹੜੇ ਉਹ ਇਨਸਟੈਂਟ ਮੈਸੇਜਿੰਗ ਆਪਾਂ ਨੇ ਜਿਵੇਂ ਇਨਸਟੈਂਟ ਮੈਸੇਜਿੰਗ ਐਪਸ ਦਾ ਇੱਕ ਟੌਪਿਕ ਡਿਸਕਸ ਕੀਤਾ ਸੀ ਸੋ ਉਸੇ ਤਰ੍ਹਾਂ ਕਹਿੰਦੇ ਇੱਕ ਚੈਟ ਕਰਨ ਦੇ ਲਈ ਜਿਹਦੇ ਵਿੱਚ ਇੱਕ ਸੈਂਡਰ ਤੇ ਰਿਸੀਵਰ ਆਨਲਾਈਨ ਹੋ ਕੇ ਇੱਕ ਦੂਜੇ ਦੇ ਨਾਲ ਇੱਕੋ ਟਾਈਮ ਤੇ ਗੱਲ ਕਰ ਸਕਣ ਐਦਾਂ ਦੇ ਜਿਹੜੇ ਸਿਸਟਮ ਸੀ ਇਹ ਫੇਮਸ ਸੀ ਪਰ ਰੇ ਟੌਮਲਿਸਨ ਈਮੇਲ ਦੇ ਇਨਵੈਂਟਰ ਦਾ ਨਾਮ ਹੈ ਇਹ ਨੇਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ 1971 ਦੇ ਵਿੱਚ ਰੇ ਟੌਮਲਿਸਨ ਨੇ ਈਮੇਲ ਨੂੰ ਇਨਵੈਂਟ ਕੀਤਾ ਤੇ ਇਹਨਾਂ ਨੇ ਇੱਕ ਪ੍ਰੋਪਰ ਨੈਟਵਰਕ ਦੇ ਵਾਲੀ ਜਿਹਦੇ ਵਿੱਚ ਆਪਣੀ ਚਾਹੇ ਉਹ ਨੈਟਵਰਕ ਪੁਰਾਣੇ ਜ਼ਮਾਨੇ ਵਾਲਾ ਸੀ ਇੰਟਰਨੈਟ ਤੋਂ ਪਹਿਲਾਂ ਵਾਲਾ ਜਿਹਦਾ ਨਾਮ ਹੈ ਅਰਪਾਨੈਟ ਆਪਾਂ ਨੇ ਇਹਦੇ ਬਾਰੇ ਪੜ੍ਹਿਆ ਸੀ ਆਲਰੇਡੀ ਇੰਟਰਨੈਟ ਟੌਪਿਕ ਦੇ ਅੰਦਰ ਸੋ ਜਿਹੜੀ ਰੇ ਟੌਮਲਿਨਸਨ ਨੇ 1971 ਦੇ ਵਿੱਚ ਪਹਿਲੀ ਈਮੇਲ ਕ੍ਰੀਏਟ ਕੀਤੀ ਡਿਵੈਲਪ ਕੀਤੀ ਉਹ ਕੀਤੀ ਸੀ ਅਰਪਾਨੈਟ ਯੂਜ਼ ਕਰਨ ਵਾਲੇ ਯੂਜ਼ਰਸ ਦੇ ਵਿੱਚ ਸੋ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ ਹੈ ਕਿ ਜਿਹੜੀ ਫਰਸਟ ਈਮੇਲ ਯੂਜ਼ ਕੀਤੀ ਗਈ ਸੀ ਭੇਜ ਕੇ ਦੇਖੀ ਗਈ ਸੀ ਉਹ ਅਰਪਾਨੈਟ ਦੀ ਵਰਤੋਂ ਦੇ ਨਾਲ ਭੇਜੀ ਸੀ ਤੇ ਹੋਰ ਇੱਕ ਇੰਪੋਰਟੈਂਟ ਚੀਜ਼ ਈਮੇਲ ਦਾ ਇੱਕ ਸਾਈਨ ਹੁੰਦਾ @ ਵਾਲਾ ਸੋ ਇਹ ਜਿਹੜਾ ਸਾਈਨ ਹੈ ਇਹਦੇ ਨਾਲ ਆਪਾਂ ਲਿੰਕ ਕਰਕੇ ਜੋ ਯੂਜ਼ਰ ਨੇਮ ਹੈ ਜਿਹਨੂੰ ਆਪਾਂ ਨੇ ਭੇਜਣੀ ਹੈ ਕਿਸ ਦਾ ਨਾਮ ਰਾਮ ਹੈ ਸ਼ਾਮ ਹੈ ABC ਹੈ ਸੋ ਆਪਾਂ ਇਹਦੇ ਅੱਗੇ ਯੂਜ਼ਰ ਨੇਮ ਲਗਾ ਕੇ ਇਸ ਈਮੇਲ ਨੂੰ ਭੇਜਦੇ ਹਾਂ ਸੋ ਕਹਿੰਦੇ 1970 ਦੇ ਮਿਡ ਤੱਕ ਜਿਹੜੀ ਈਮੇਲ ਸੀ ਉਹਦੀ ਇਹ ਵਾਲੀ ਫਾਰਮ @ ਵਾਲੀ ਰੈਕੋਗਨਾਈਜ਼ ਹੋ ਗਈ ਸੀ ਪਰ ਇੱਕ ਪ੍ਰੋਪਰ ਸਟਰਕਚਰਡ ਈਮੇਲ ਨੈਟਵਰਕ ਦੇ ਥਰੂ ਜਿਹੜੀ ਭੇਜ ਕੇ ਦੇਖੀ ਸੀ ਉਹ ਭੇਜੀ ਸੀ ਰੇ ਟੌਮਲਿਨਸਨ ਨੇ ਸੋ ਇਹ ਤੁਸੀਂ ਨਾਮ ਯਾਦ ਰੱਖਣਾ ਸੋ ਉਸ ਤੋਂ ਬਾਅਦ ਜਿਹੜੀ ਈਮੇਲ ਹੈ ਇਲੈਕਟ੍ਰੋਨਿਕ ਮੇਲ ਹੈ ਇਹਦਾ ਇੱਕ ਸਿੰਪਲ ਜੀ ਤੁਸੀਂ ਡੈਫੀਨੇਸ਼ਨ ਯਾਦ ਕਰ ਲਓ ਵੀ ਇਟ ਇਜ਼ ਅ ਵੇ ਟੂ ਸੈਂਡ ਐਂਡ ਰਿਸੀਵ ਮੈਸੇਜ ਅਕ੍ਰੋਸ ਦੀ ਇੰਟਰਨੈਟ ਸੋ ਇੰਟਰਨੈਟ ਦੇ ਦੁਆਰਾ ਮੈਸੇਜ ਭੇਜਣੇ ਰਿਸੀਵ ਕਰਨੇ ਇਹ ਹੁੰਦੇ ਨੇ ਇਲੈਕਟ੍ਰੋਨਿਕ ਮੇਲ ਦੇ ਜ਼ਰੀਏ ਸੋ ਹੁਣ ਆਪਾਂ ਈਮੇਲ ਦੇ ਨਾਲ ਜੁੜੇ ਹੋਏ ਕੁਝ ਇੰਪੋਰਟੈਂਟ ਟਰਮਸ ਨੂੰ ਕੁਝ ਇੰਪੋਰਟੈਂਟ ਫੀਚਰਸ ਨੂੰ ਵਨ ਬਾय ਵਨ ਡਿਸਕਸ ਕਰਾਂਗੇ ਸੋ ਪਹਿਲਾ ਹੈ ਈਮੇਲ ਐਡਰੈਸਿਸ ਕਹਿੰਦੇ ਈਮੇਲ ਰਿਸੀਵ ਕਰਨ ਦੇ ਲਈ ਤੁਹਾਨੂੰ ਇੱਕ ਈਮੇਲ ਅਕਾਊਂਟ ਚਾਹੀਦਾ ਹੈ ਉਸ ਈਮੇਲ ਅਕਾਊਂਟ ਦਾ ਇੱਕ ਐਡਰੈਸ ਹੋਊਗਾ ਆਲਸੋ ਜੇ ਤੁਸੀਂ ਕਿਸੇ ਨੂੰ ਭੇਜਣੀ ਹੈ ਤਾਂ ਵੀ ਤੁਹਾਨੂੰ ਦੂਜੇ ਬੰਦੇ ਦਾ ਈਮੇਲ ਐਡਰੈਸ ਲੈਣਾ ਪਊਗਾ ਸੋ ਪਹਿਲੀ ਚੀਜ਼ ਜੇ ਤੁਸੀਂ ਉਰੇ ਜੀਮੇਲ ਦੀ ਐਗਜ਼ਾਮਪਲ ਲੈ ਲਓ ਜਿਹਨੂੰ ਆਪਾਂ ਬਹੁਤ ਸਾਰੇ ਯੂਜ਼ ਕਰਦੇ ਹਾਂ ਆਲਮੋਸਟ ਹਰ ਕਿਸੇ ਦੀ ਜੀਮੇਲ ਤੇ ਆਈਡੀ ਬਣੀ ਹੁੰਦੀ ਹੈ
ਸੋ ਆਪਾਂ ਜੇ ਚਾਹੁੰਦੇ ਆ ਕਿ ਆਪਾਂ ਨੂੰ ਕੋਈ ਜੀਮੇਲ ਦੇ ਉੱਤੇ ਮੇਲ ਆਵੇ, ਕੋਈ ਮੈਸੇਜ ਭੇਜੇ, ਪਹਿਲੇ ਨੰਬਰ ਤੇ ਆਪਾਂ ਨੂੰ ਜੀਮੇਲ ਤੇ ਅਕਾਊਂਟ ਕ੍ਰੀਏਟ ਕਰਨਾ ਪੈਂਦਾ। ਇਹ ਪਹਿਲਾ ਸਟੈਪ ਹੋ ਗਿਆ। ਦੂਜੇ ਨੰਬਰ ਤੇ ਆਪਾਂ ਇੱਕ ਆਪਣਾ ਯੂਜ਼ਰ ਨੇਮ ਰੱਖ ਕੇ ਇੱਕ ਆਪਣੀ ਆਈਡੀ ਦਾ ਐਡਰੈਸ ਰੱਖ ਲੈਂਦੇ ਆ। ਸੋ ਉਸ ਐਡਰੈਸ ਦੇ ਵਿੱਚ ਤੁਹਾਡਾ ਕੁਝ ਯੂਜ਼ਰ ਨੇਮ ਹੁੰਦਾ, ਫਿਰ ਹੁੰਦਾ @ ਫਿਰ ਹੁੰਦਾ gmail.com। ਸੋ ਇਹ ਜਿਹੜਾ ਤੁਹਾਡਾ ਮੇਲ ਦਾ ਵੇ ਹੈ ਜਿਹਦੇ ਥਰੂ ਤੁਸੀਂ ਭੇਜ ਰਹੇ ਹੋ, ਜਿਹੜੀ ਕੰਪਨੀ ਦੇ ਜ਼ਰੀਏ ਤੁਸੀਂ ਇਹ ਮੇਲ ਭੇਜ ਰਹੇ ਹੋ ਉਹਦਾ ਨਾਮ @ ਤੋਂ ਬਾਅਦ ਹੁੰਦਾ। ਸੋ ਉਰੇ ਤੁਸੀਂ ਸਮਝ ਲਓ ਕਿ ਜੇ ਤੁਸੀਂ ਰਿਸੀਵ ਕਰਨੀ ਹੈ, ਲੈਣੀ ਹੈ ਮੇਲ, ਤਾਂ ਤੁਹਾਨੂੰ ਪਹਿਲਾਂ ਅਕਾਊਂਟ ਚਾਹੀਦਾ, ਫਿਰ ਤੁਹਾਨੂੰ ਐਡਰੈਸ ਚਾਹੀਦਾ। ਜੇ ਤੁਸੀਂ ਕਿਸੇ ਨੂੰ ਭੇਜਣੀ ਹੈ ਤਾਂ ਉੱਥੇ ਤੁਹਾਨੂੰ ਸਿਰਫ ਦੂਜੇ ਬੰਦੇ ਦਾ ਐਡਰੈਸ ਚਾਹੀਦਾ ਹੈ। ਉਰੇ ਅਕਾਊਂਟ ਦੀ ਗੱਲ ਨਹੀਂ, ਕਿਉਂਕਿ ਅਕਾਊਂਟ ਜੇ ਉਹਨੇ ਖੋਲਿਆ ਹੋ ਤਾਂ ਹੀ ਉਹਦੇ ਕੋਲ ਐਡਰੈਸ ਹੋਊਗਾ। ਸੋ ਉਰੇ ਤੁਸੀਂ ਸਿਰਫ ਜਿਹੜਾ ਤੁਸੀਂ ਮੇਨ ਕੰਸਰਨ ਰੱਖਣਾ ਉਹ ਇਹ ਰੱਖਣਾ ਵੀ ਈਮੇਲ ਭੇਜਣ ਦੇ ਲਈ ਸਿਰਫ ਤੁਹਾਨੂੰ ਈਮੇਲ ਐਡਰੈਸ ਚਾਹੀਦਾ। ਉਸ ਤੋਂ ਬਾਅਦ ਕਹਿੰਦੇ ਜਿਹੜਾ ਈਮੇਲ ਐਡਰੈਸ ਹੈ ਉਹਦਾ ਇੱਕ ਹਮੇਸ਼ਾ ਸਟੈਂਡਰਡ ਫਾਰਮੈਟ ਹੁੰਦਾ। ਇਹ ਨਹੀਂ ਤੁਸੀਂ @ ਪਹਿਲਾਂ ਲਗਾ ਦਿਓ, ਤੁਸੀਂ .com ਸਟਾਰਟਿੰਗ 'ਚ ਲਗਾ ਦਿਓ। ਇੱਕ ਸਟੈਂਡਰਡ ਫਾਰਮੈਟ ਹੈ ਜਿਹੜਾ ਮੈਂ ਤੁਹਾਨੂੰ ਉਰੇ ਸਮਝਾਤਾ ਕਿ ਪਹਿਲਾ ਯੂਜ਼ਰ ਨੇਮ, ਫਿਰ @ ਫਿਰ ਜਿਹੜੇ ਡੋਮੇਨ, ਜਿਹੜੀ ਕੰਪਨੀ ਦੇ ਦੁਆਰਾ ਤੁਸੀਂ ਮੇਲ ਭੇਜ ਰਹੇ ਹੋ, ਜਿਵੇਂ ਤੁਸੀਂ ਜੀਮੇਲ ਦੇ ਦੁਆਰਾ ਭੇਜ ਰਹੇ ਹੋ ਤਾਂ ਪਿੱਛੇ ਉਹਦਾ ਡੋਮੇਨ ਨੇਮ gmail.com ਲੱਗੂਗਾ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜਾ ਈਮੇਲ ਪ੍ਰੋਵਾਈਡਰ ਹੈ ਇਹ ਵੈਬਸਾਈਟ ਹੈ ਜਿਹਦੇ ਥਰੂ ਤੁਸੀਂ ਈਮੇਲ ਭੇਜ ਰਹੇ ਹੋ। ਬੇਸਿਕਲੀ ਜਿਹੜਾ ਹੋਸਟ ਹੈ ਜਿਵੇਂ gmail.com ਹੈ, ਇਹ ਇੱਕ ਇਹੋ ਜਿਹੀ ਵੈਬਸਾਈਟ ਹੈ ਜਿਹਦੇ ਜ਼ਰੀਏ ਤੁਸੀਂ ਇਸ ਚੀਜ਼ ਨੂੰ, ਈਮੇਲ ਦੀ ਚੀਜ਼ ਨੂੰ ਇੰਜੋਏ ਕਰ ਪਾਉਂਦੇ ਹੋ। ਉਸ ਤੋਂ ਬਾਅਦ ਕਹਿੰਦੇ ਬਹੁਤ ਸਾਰੀਆਂ ਬਿਜ਼ਨੈਸਿਸ ਨੇ, ਆਰਗੇਨਾਈਜੇਸ਼ਨ ਨੇ, ਤੁਸੀਂ ਦੇਖਿਆ ਹੋਊਗਾ ਕਿ ਤੁਹਾਡੇ ਆਪਣੇ ਯੂਨੀਵਰਸਿਟੀਜ਼, ਕਾਲਜਿਸ ਦੇ ਵਿੱਚ ਕਈ ਵਾਰੀ ਕਾਲਜ ਯੂਨੀਵਰਸਿਟੀ ਦਾ ਨਾਮ ਐਂਡ ਤੇ ਲਿਖਿਆ ਹੁੰਦਾ ਹੈ, ਜਾਂ ਜਿਵੇਂ ਜਿਹੜੀ ਫੇਸਬੁੱਕ ਕੰਪਨੀ ਆ ਉਹਦੀਆਂ ਜੋ ਅਫੀਸ਼ੀਅਲ ਮੇਲਸ ਨੇ ਉਹਨਾਂ ਦੇ ਪਿੱਛੇ facebook.com ਹੁੰਦਾ ਹੈ। ਸੋ ਕਹਿੰਦੇ ਇਹਦਾ ਕਾਰਨ ਇਹ ਹੈ ਵੀ ਕਈ ਆਰਗੇਨਾਈਜੇਸ਼ਨ ਜਾਂ ਬਿਜ਼ਨਸ ਇਹ ਆਪਣਾ ਖੁਦ ਦਾ ਇੱਕ ਮੇਲ ਭੇਜਣ ਦਾ ਜਿਹੜਾ ਡੋਮੇਨ ਹੈ ਉਹ ਬਣਾ ਲੈਂਦੇ ਨੇ। ਨੈਕਸਟ ਹੈ ਵੈਬ ਮੇਲ ਪ੍ਰੋਵਾਈਡਰ। ਹੁਣ ਆਪਾਂ ਨੇ 3 ਇੰਪੋਰਟੈਂਟ ਨਾਮ ਯਾਦ ਰੱਖਣੇ ਨੇ ਜਿਨ੍ਹਾਂ ਦੇ ਜ਼ਰੀਏ ਆਪਾਂ ਵੈਬ ਮੇਲ ਮਤਲਬ ਆਪਾਂ ਕੰਪਿਊਟਰ, ਲੈਪਟਾਪ ਦੇ ਜ਼ਰੀਏ ਵੈਬ ਖੋਲ ਕੇ ਆਪਾਂ .com ਖੋਲ ਕੇ ਪਿੱਛੇ ਮੇਲ ਭੇਜ ਸਕਦੇ ਹਾਂ। ਸੋ ਨੰਬਰ 1 ਤੇ ਹੈ ਯਾਹੂ ਬਹੁਤ ਫੇਮਸ ਸੀ 1990s ਦੇ ਟਾਈਮ ਦੇ ਵਿੱਚ, ਤਾਂ ਇਹ ਹੀ ਸਭ ਤੋਂ ਜ਼ਿਆਦਾ ਮੇਨ ਚੱਲਣ ਵਾਲਾ ਇੱਕ ਵੈਬ ਮੇਲ ਸੀ। ਫਿਰ ਹੈ ਮਾਈਕਰੋਸਾਫਟ ਕੰਪਨੀ ਦਾ outlook.com ਜਿਹਦਾ ਪਹਿਲਾ ਨਾਮ ਸੀ ਹੌਟਮੇਲ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਹੌਟਮੇਲ ਦਾ ਨਵਾਂ ਨਾਮ ਕੀ ਹੈ, ਆਊਟਲੁੱਕ, ਜਾਂ ਤੁਹਾਨੂੰ ਆ ਸਕਦਾ ਹੈ ਕਿ ਮਾਈਕਰੋਸਾਫਟ ਦੁਆਰਾ ਬਣਾਈ ਗਈ ਵੈਬ ਮੇਲ ਜਿਹਦੇ ਜ਼ਰੀਏ ਤੁਸੀਂ ਮੇਲ ਭੇਜ ਸਕਦੇ ਹੋ ਉਹਦਾ ਕੀ ਨਾਮ ਹੈ। ਸੋ ਉਹਦਾ ਨਾਮ ਹੈ ਆਊਟਲੁੱਕ। ਤੇ ਜਿਹੜੀ ਆਪਾਂ ਜੀਮੇਲ ਵਰਤਦੇ ਹਾਂ ਇਹ ਬਣਾਈ ਹੋਈ ਹੈ ਗੂਗਲ ਕੰਪਨੀ ਨੇ। ਸੋ ਇਹ 2-3 ਨਾਮ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ ਐਗਜ਼ਾਮ ਲਈ। ਉਸ ਤੋਂ ਬਾਅਦ ਕਹਿੰਦੇ ਜਿਹੜੀ ਇਹ ਵੈਬ ਮੇਲ ਹੈ ਇਹਨੂੰ ਤੁਸੀਂ ਆਪਣੇ ਮੋਬਾਈਲ ਤੇ ਵੀ ਯੂਜ਼ ਕਰ ਸਕਦੇ ਹੋ। ਆਪਾਂ ਨੂੰ ਪਤਾ ਹੈ ਕਿ ਮੋਬਾਈਲ ਦੇ ਵਿੱਚ ਕਈ ਵਾਰੀ ਤਾਂ ਇਨਬਿਲਟ ਹੀ ਜੀਮੇਲ ਦੀ ਐਪਲੀਕੇਸ਼ਨ ਹੁੰਦੀ ਹੈ। ਸੋ ਤੁਸੀਂ ਉਹਨੂੰ ਇੰਸਟਾਲ ਕਰਕੇ ਉਹਦੇ ਵਿੱਚ, ਜਾਂ ਆਲਰੇਡੀ ਜੇ ਇੰਸਟਾਲਡ ਹੈ ਤੁਸੀਂ ਆਪਣੀ ਬਸ ਲੌਗਇਨ ਆਈਡੀ ਐਡ ਕਰਨੀ ਹੈ, ਤੁਸੀਂ ਆਪਣਾ ਅਕਾਊਂਟ ਐਡ ਕਰਨਾ ਹੈ, ਜਾਂ ਤੁਸੀਂ ਆਪਣੇ ਫੋਨ ਦਾ ਬਰਾਊਜ਼ਰ ਖੋਲ ਕੇ, ਚਾਹੇ ਉਹ ਮੋਜ਼ੀਲਾ ਫਾਇਰਫੌਕਸ ਹੈ, ਚਾਹੇ ਗੂਗਲ ਕ੍ਰੋਮ ਹੈ, ਸਫਾਰੀ ਹੈ, ਕਿਸੇ ਨੂੰ ਵੀ ਖੋਲ ਕੇ ਉੱਥੇ ਤੁਸੀਂ ਵੈਬ ਉੱਪਰ ਜੇ ਤੁਸੀਂ ਗੂਗਲ ਸਰਚ ਕਰਦੇ ਹੋ ਉੱਥੇ ਤੁਸੀਂ ਇਹਨਾਂ ਚੋਂ ਕੋਈ ਵੀ ਚੀਜ਼ ਸਰਚ ਕਰੋਗੇ, ਆਊਟਲੁੱਕ ਲਿਖੋਗੇ, ਯਾਹੂ ਲਿਖੋਗੇ, ਜੀਮੇਲ ਲਿਖੋਗੇ, ਤਾਂ ਉਹ ਤੁਹਾਨੂੰ ਤੁਹਾਡੇ ਜੀਮੇਲ ਅਕਾਊਂਟ ਤੱਕ ਲੈ ਜਾਊਗੀ, ਜਿੱਥੇ ਜਾ ਕੇ ਤੁਸੀਂ ਆਪਣਾ ਲੌਗਇਨ ਆਈਡੀ ਪਾਸਵਰਡ ਭਰ ਕੇ ਆਪਣੇ ਅਕਾਊਂਟ ਨੂੰ ਖੋਲ ਕੇ ਕਿਸੇ ਨੂੰ ਵੀ ਮੇਲ ਭੇਜ ਸਕਦੇ ਹੋ ਜਾਂ ਕਿਸੇ ਦੀ ਭੇਜੀ ਹੋਈ ਮੇਲ ਪੜ੍ਹ ਸਕਦੇ ਹੋ। ਫਿਰ ਹੈ ਈਮੇਲ ਪ੍ਰੋਡਕਟਿਵਿਟੀ ਫੀਚਰ। ਹੁਣ ਇੱਕ ਈਮੇਲ ਦੇ ਕੁਝ ਹੋਰ ਫੀਚਰਸ ਹੁੰਦੇ ਨੇ। ਸਿਰਫ ਈਮੇਲ ਦਾ ਕਹਿੰਦੇ ਅੱਜ ਕੱਲ੍ਹ ਕੰਮ ਈਮੇਲ ਭੇਜਣਾ ਹੀ ਨਹੀਂ ਹੈ, ਇਹਦੇ ਵਿੱਚ ਆਪਾਂ ਹੋਰ ਬਹੁਤ ਕੰਮ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਊਗਾ ਜੀਮੇਲ ਦੇ ਵਿੱਚ ਇੱਕ ਨਵੀਂ ਚੀਜ਼ ਆਈ ਹੈ ਗੂਗਲ ਮੀਟਿੰਗ। ਸੋ ਇਹ ਤੁਸੀਂ ਜੇ ਜੀਮੇਲ ਅਕਾਊਂਟ ਹੈ ਉਹਦੇ ਥਰੂ ਹੀ ਤੁਸੀਂ ਆਪਣੇ ਵੈਬ ਤੇ ਖੋਲ ਕੇ ਕਿਸੇ ਨਾਲ ਆਨਲਾਈਨ ਵੀਡੀਓ ਕਾਲ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਤੁਹਾਡੇ ਕੋਲ ਗੂਗਲ ਡਰਾਈਵ ਹੈ ਜਿਹਦੇ ਵਿੱਚ ਤੁਸੀਂ ਵੱਡੇ ਸਾਈਜ਼ ਦੀਆਂ ਜਿਵੇਂ 25 MB ਤੋਂ ਜ਼ਿਆਦਾ ਦੀ ਜੇ ਕੋਈ ਫਾਈਲ ਹੈ ਉਹਨੂੰ ਤੁਸੀਂ ਗੂਗਲ ਡਰਾਈਵ ਤੇ ਅਪਲੋਡ ਕਰਕੇ ਭੇਜ ਸਕਦੇ ਹੋ। ਦੈਨ ਗੂਗਲ ਡੌਕਸ ਹੈ। ਸੋ ਇਸ ਤਰ੍ਹਾਂ ਦੀ ਕਹਿੰਦੇ ਇੱਕ
ਐਪ ਨਹੀਂ ਹੈ, ਇੱਕ ਫੰਕਸ਼ਨ ਨਹੀਂ ਹੈ, ਇੱਕ ਈਮੇਲ ਦੇ ਹੋਰ ਬਹੁਤ ਸਾਰੇ ਪ੍ਰੋਡਕਟਿਵਿਟੀ ਹੈਲਪਫੁਲ ਫੀਚਰਸ ਨੇ ਜਿਹਦੇ ਜ਼ਰੀਏ ਆਪਾਂ ਕੰਮ ਕਰ ਸਕਦੇ ਹਾਂ, ਕਿਸੇ ਨਾਲ ਗੱਲ ਕਰ ਸਕਦੇ ਹਾਂ, ਆਨਲਾਈਨ ਵੀਡੀਓ ਕਾਲ ਕਰ ਸਕਦੇ ਹਾਂ। ਸੋ ਬਹੁਤ ਸਾਰੇ ਵੇਰੀਅਸ ਜਿਹੜੀਆਂ ਵੈਬ ਮੇਲਸ ਨੇ ਇਹ ਸਿਰਫ ਈਮੇਲਿੰਗ ਦਾ ਕੰਮ ਛੱਡ ਕੇ ਇਹ ਤਾਂ ਕਰਦੀਆਂ ਨੇ, ਨਾਲ ਹੋਰ ਬਹੁਤ ਸਾਰੇ ਟੂਲਸ ਤੇ ਫੀਚਰਸ ਲੈ ਕੇ ਆਉਂਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ। ਹੁਣ ਆਪਾਂ ਈਮੇਲ ਦੇ ਬਾਰੇ ਇਹਦੇ ਅੰਦਰ ਜਾ ਕੇ ਦੇਖਾਂਗੇ। ਰੀਸੈਂਟਲੀ ਜਿਹੜਾ ਇੱਕ ਪੰਜਾਬ ਸੁਪਰੀਟੈਂਡੈਂਟ ਜੇਲ੍ਹ ਸੁਪਰੀਟੈਂਡੈਂਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਹੀ ਕੁਐਸਚਨ ਆਇਆ ਸੀ ਕਿ BCC ਦੀ ਫੁੱਲ ਫਾਰਮ ਕੀ ਹੈ, ਜਾਂ ਬਹੁਤ ਸਾਰੇ ਐਗਜ਼ਾਮੀਨਰਸ ਦਾ ਫੇਵਰੇਟ ਕੁਐਸਚਨ ਹੁੰਦਾ CC ਦੀ ਫੁੱਲ ਫਾਰਮ ਕੀ ਹੈ। ਸੋ ਇਸੇ ਲਈ ਮੈਂ ਤੁਹਾਨੂੰ ਜਿਹੜਾ ਇਹ ਟੌਪਿਕ ਹੈ ਇਹ ਕਰਵਾ ਰਹੀ ਹਾਂ, ਚਾਹੇ ਤੁਸੀਂ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਕਾਂਸਟੇਬਲ ਦੀ ਤਿਆਰੀ ਕਰ ਰਹੇ ਹੋ। ਇਹ ਜਿਹੜਾ ਇੱਕ ਟੌਪਿਕ ਹੈ ਇਹ ਬਹੁਤ ਈਜ਼ੀ ਹੈ ਤੇ ਇਹ ਮਾਰਕਸ ਫੈਚ ਕਰਦਾ ਹੈ ਸਟੂਡੈਂਟਸ ਦੇ ਲਈ। ਸੋ ਜੇ ਤੁਸੀਂ ਇਹਨੂੰ ਧਿਆਨ ਨਾਲ ਕਰ ਲਓਗੇ ਤਾਂ ਉੱਥੇ ਤੁਹਾਡੇ 1-2 ਨੰਬਰ ਪੱਕੇ ਹੋ ਜਾਣਗੇ। ਸੋ ਈਮੇਲ ਹੈਡਰ, ਹੁਣ ਜਦੋਂ ਆਪਾਂ ਕਿਸੇ ਨੂੰ ਮੇਲ ਭੇਜਦੇ ਹਾਂ ਤਾਂ ਇਸ ਤਰ੍ਹਾਂ ਦਾ ਇੱਕ ਬਾਕਸ ਖੁੱਲਦਾ ਹੈ। ਸੋ ਕਹਿੰਦੇ ਜਿਹੜੀਆਂ ਪਹਿਲੀਆਂ 5 ਲਾਈਨਸ ਹੁੰਦੀਆਂ ਨੇ ਕਿਸੇ ਵੀ ਈਮੇਲ ਮੈਸੇਜ ਦੀਆਂ, ਉਹਨੂੰ ਆਪਾਂ ਈਮੇਲ ਹੈਡਰ ਕਹਿੰਦੇ ਹਾਂ। ਸੋ ਇਹ ਨੇ 5 ਲਾਈਨਸ, from, to, CC, BCC, subject। ਉਸ ਤੋਂ ਬਾਅਦ ਉਰੇ ਤੁਸੀਂ ਮੈਸੇਜ ਲਿਖਦੇ ਹੋ। ਜਿਹੜੇ ਇਹ ਪਹਿਲੇ 5 ਪਾਰਟ ਨੇ ਇਹਨਾਂ ਨੂੰ ਆਪਾਂ ਹੈਡਰ ਕਹਿੰਦੇ ਆ। ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ ਵੀ ਹੈਡਰ ਪਾਰਟ ਦੇ ਵਿੱਚ ਟੋਟਲ ਕਿੰਨੀਆਂ ਲਾਈਨਸ ਨੇ। ਸੋ ਟੋਟਲ 5 ਲਾਈਨਸ ਨੇ। ਸੋ ਸਭ ਤੋਂ ਪਹਿਲਾਂ ਆ ਗਿਆ from ਹੈ ਜਿਹਨੇ ਤੁਹਾਨੂੰ ਮੇਲ ਭੇਜੀ ਹੈ, ਸੈਂਡਰ ਦਾ ਐਡਰੈਸ, who sent the email। ਫਿਰ ਆ ਗਈ ਡੇਟ ਨਾਲ ਹੀ ਈਮੇਲ ਤੇ ਲਿਖੀ ਹੁੰਦੀ ਹੈ ਵੀ ਤੁਹਾਨੂੰ ਕਿਸ ਦਿਨ ਕਿੰਨੇ ਵਜੇ ਮੇਲ ਆਈ ਹੈ। ਦੈਨ ਟੂ ਆ ਤੁਸੀਂ, ਤੁਹਾਡਾ ਰੈਸੀਪੀਐਂਟ ਦਾ ਜਿਹੜਾ ਐਡਰੈਸ ਹੈ, to whom the email is sent। ਦੈਨ ਜਿਹੜੇ ਇੱਕ ਮੇਨ ਸਬਜੈਕਟ ਉੱਤੇ, ਜਿਵੇਂ ਕੋਈ ਵੀ ਤੁਸੀਂ ਮੈਨੂੰ ਮੇਲਸ ਭੇਜਦੇ ਹੋ PDF ਲਈ ਕਈ ਵਾਰੀ ਤਾਂ ਲਿਖਿਆ ਹੁੰਦਾ ਹੈ ਕਿ ਸਾਨੂੰ ਇਹ ਸਬਜੈਕਟ ਦੀ ਚਾਹੀਦੀ ਹੈ। ਸੋ ਕਹਿੰਦੇ ਜਿਹੜੀਆਂ ਮੇਲਸ ਨੇ ਉਹ ਹਮੇਸ਼ਾ ਬਿਲਕੁਲ ਛੋਟੀਆਂ, ਕਲੀਅਰ, ਪ੍ਰਿਸਾਈਜ਼ ਤੇ ਟੂ ਦੀ ਪੁਆਇੰਟ ਹੋਣੀਆਂ ਚਾਹੀਦੀਆਂ ਨੇ। ਫਿਰ ਹੈ CC ਦਾ ਮਤਲਬ ਹੈ ਕਾਰਬਨ ਕਾਪੀ। ਸੋ ਇਹਦਾ ਮਤਲਬ ਹੈ ਕਿ ਕਈ ਵਾਰੀ ਆਪਾਂ ਜਿਹੜਾ ਰੈਸੀਪੀਐਂਟ ਹੈ ਇੱਕ ਦੀ ਬਜਾਏ ਜ਼ਿਆਦਾ ਜਾਣਿਆਂ ਨੂੰ ਮੇਲ ਭੇਜਣੀ ਹੁੰਦੀ ਹੈ ਇਕੱਠੀ, ਪਰ ਆਪਾਂ ਕੀ ਕਰਦੇ ਆ, ਫਿਰ ਆਪਾਂ ਕਾਰਬਨ ਕਾਪੀ ਮਤਲਬ ਸੇਮ ਮੇਲ ਜਦੋਂ ਆਪਾਂ ਨੇ ਜ਼ਿਆਦਾ ਜਾਣਿਆਂ ਨੂੰ ਭੇਜਣੀ ਹੈ ਆਪਾਂ ਉਹਦੀ CC ਇੱਕ ਕਰ ਦਿੰਦੇ ਆ। ਸੋ ਇਹ ਤੁਸੀਂ ਅੱਗੇ ਦੇਖ ਲਓਗੇ ਕਿ CC ਕੀ ਹੈ, BCC ਕੀ ਹੈ। BCC ਹੈ ਬਲਾਈਂਡ ਕਾਰਬਨ ਕਾਪੀ। ਜਿਹੜਾ ਇਹ ਡੈਫੀਨੇਸ਼ਨ ਹੈ ਇਹ ਕਾਫੀ ਵਾਰੀ ਐਗਜ਼ਾਮਸ ਚ ਆਈ ਹੈ, ਇਹਦੀ ਐਬਰੀਵੀਏਸ਼ਨ ਬਹੁਤ ਵਾਰੀ ਆਈ ਹੈ। ਸੋ ਕਾਰਬਨ ਕਾਪੀ ਦਾ ਜਿਹੜਾ ਆਪਣੇ ਬਹੁਤ ਜਾਣਿਆਂ ਨੂੰ ਜਦੋਂ ਭੇਜੀ ਪਤਾ ਲੱਗ ਜਾਂਦਾ। ਬਲਾਈਂਡ ਕਾਰਬਨ ਕਾਪੀ ਇਹ ਜਿਹੀ ਚੀਜ਼ ਹੈ ਜਿਹੜੀ ਲੁੱਕ ਕੇ, ਜਦੋਂ ਆਪਾਂ ਬਿਨਾਂ ਕਿਸੇ ਨੂੰ ਪਤਾ ਲਗਾਏ ਕਿ ਮੈਂ ਇੱਕ ਮੇਲ 5 ਜਾਣਿਆਂ ਨੂੰ ਭੇਜ ਰਿਹਾ ਤਾਂ ਸਿਰਫ ਉਹ ਇੱਕ ਬੰਦੇ ਜਿਹਨੂੰ ਭੇਜੀ ਆ ਉਹਨੂੰ ਹੀ ਪਤਾ ਲੱਗੂ, ਨਾਲ ਹੋਰ 4 ਜਾਣੇ ਜਿਨ੍ਹਾਂ ਨੂੰ ਭੇਜੀ ਹੈ ਉਹਨਾਂ ਨੂੰ ਨਹੀਂ ਪਤਾ ਲੱਗੂ ਜਦੋਂ ਆਪਾਂ ਇਹ BCC ਜਿਹੜੀ ਇੱਕ ਕਾਲਮ ਹੈ ਇਹਦੇ ਯੂਜ਼ ਕਰਦੇ ਹਾਂ। ਦੈਨ ਗ੍ਰੀਟਿੰਗ, ਕਦੇ ਵੀ ਤੁਸੀਂ ਕੋਈ ਮੇਲ ਭੇਜਣੀ ਹੈ ਸਟਾਰਟਿੰਗ ਕਰੋ ਰਿਸਪੈਕਟਡ ਮੈਮ, ਸਰ, ਹਾਈ ਗਾਇਜ਼ ਦੇ ਨਾਲ, ਕਿਸੇ ਨੂੰ ਗ੍ਰੀਟ ਕਰੋ। ਦੈਨ ਔਨ ਦਾ ਸੈਂਟਰ ਦੇ ਵਿੱਚ ਜਿੱਥੇ ਤੁਸੀਂ ਆਪਣੀ ਮੇਲ ਲਿਖਦੇ ਹੋ ਟੈਕਸਟ ਪਾਰਟ, ਸਭ ਤੋਂ ਨੀਚੇ ਹੁੰਦੇ ਨੇ ਤੁਹਾਡੇ ਸਿਗਨੇਚਰ ਜਿਹਦੇ ਤੁਸੀਂ ਆਪਣਾ ਨਾਮ, ਡੈਜ਼ਿਗਨੇਸ਼ਨ ਲਿਖ ਸਕਦੇ ਹੋ, ਆਪਣਾ ਐਡਰੈਸ, ਕੁਝ ਵੀ ਜੋ ਵੀ ਤੁਹਾਨੂੰ ਰੈਲੇਵੈਂਟ ਲੱਗਦਾ ਮੇਲ ਦੇ ਨਾਲ। ਸੋ ਇਹ ਨੇ ਬੇਸਿਕ ਜਿਹਾ ਸਟਰਕਚਰ ਇੱਕ ਪਰਫੈਕਟ ਈਮੇਲ ਦਾ। ਫਿਰ ਆ ਗਿਆ ਹੁਣ ਕੁਝ ਕਾਮਨ ਈਮੇਲ ਫੀਚਰ। ਤੁਸੀਂ ਇੱਕ ਈਮੇਲ ਨੂੰ ਖੋਲਿਆ, ਤੁਹਾਡੇ ਸਾਹਮਣੇ ਸਭ ਤੋਂ ਪਹਿਲੀ ਚੀਜ਼ ਪਈ ਹੋ ਇਨਬਾਕਸ। ਇਨਬਾਕਸ ਦੇ ਵਿੱਚ ਬਹੁਤ ਸਾਰੇ ਸੋਸ਼ਲ ਮੈਸੇਜ ਹੁੰਦੇ ਨੇ, ਤੁਹਾਡੇ ਆਪਣੇ ਪਰਸਨਲ ਹੁੰਦੇ ਨੇ, ਤੁਹਾਨੂੰ ਜੋ ਇੰਪੋਰਟੈਂਟ ਮੇਲਸ ਆਉਂਦੀਆਂ ਨੇ ਸਾਰੀਆਂ ਤੁਹਾਨੂੰ ਇਨਬਾਕਸ ਤੇ ਦਿਖ ਜਾਂਦੀਆਂ ਨੇ। ਸੋ ਵੇਅਰ ਯੂ ਵਿਲ ਵਿਊ ਐਂਡ ਮੈਨੇਜ ਈਮੇਲਸ ਯੂ ਰਿਸੀਵ। ਉਸ ਤੋਂ ਬਾਅਦ ਮੈਸੇਜ ਪੇਨ, ਜਦੋਂ ਤੁਸੀਂ ਕਿਸੇ ਈਮੇਲ ਨੂੰ ਖੋਲਦੇ ਹੋ ਇਨਬਾਕਸ ਦੇ ਵਿੱਚ ਤਾਂ ਇੱਕ ਮੈਸੇਜ ਪੇਨ ਖੁੱਲਦਾ। ਮੈਸੇਜ ਪੇਨ ਹੁੰਦਾ ਵੀ ਉੱਥੇ ਤੁਹਾਨੂੰ ਆਪਸ਼ਨ ਆਉਂਦੀ ਹੈ ਤੁਸੀਂ ਰਿਪਲਾਈ ਕਰਨਾ ਚਾਹੁੰਦੇ ਹੋ ਮੈਸੇਜ, ਤੁਸੀਂ ਕੋਈ ਚੀਜ਼ ਅਟੈਚ ਕਰਨਾ ਚਾਹੁੰਦੇ ਹੋ, ਤੁਸੀਂ ਫਾਰਵਰਡ ਕਰਨਾ ਚਾਹੁੰਦੇ ਹੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਇੱਕ ਖਾਲੀ ਬਾਕਸ ਖੁੱਲ ਜਾਂਦਾ ਜਦੋਂ ਤੁਸੀਂ ਕੋਈ ਵੀ ਇਨਬਾਕਸ ਦੇ ਵਿੱਚੋਂ ਈਮੇਲ ਖੋਲਦੇ ਹੋ, ਉਸ ਬਾਕਸ ਨੂੰ ਮੈਸੇਜ ਪੇਨ ਕਹਿੰਦੇ ਆ। ਫਿਰ ਹੁੰਦਾ ਕੰਪੋਜ਼ ਪੇਨ। ਕੰਪੋਜ਼ ਦੇ ਵਿੱਚ ਕੀ ਹੈ, ਤੁਸੀਂ ਜਿਹੜੀ ਕਿਸੇ ਨੂੰ ਨਵੀਂ ਕੋਈ ਮੇਲ ਭੇਜਣੀ ਹੈ ਤਾਂ ਤੁਸੀਂ ਕੰਪੋਜ਼ ਪੇਨ ਯੂਜ਼ ਕਰੋਗੇ। ਸੋ ਇਹ ਤੁਸੀਂ 2 ਨਾਮ ਯਾਦ ਰੱਖਣੇ ਕਿ ਮੈਸੇਜ ਪੇਨ ਉਦੋਂ ਖੁੱਲਦਾ ਜਦੋਂ ਕਿਸੇ ਦੀ ਭੇਜੀ ਹੋਈ ਆਪਾਂ ਮੇਲ ਨੂੰ ਇਨਬਾਕਸ 'ਚ ਓਪਨ ਕਰਦੇ ਹਾਂ, ਕੰਪੋਜ਼ ਉਦੋਂ ਆਉਂਦਾ
ਜਿਵੇਂ ਕੰਪੋਜ਼ ਨਿਊ ਲਿਖਿਆ ਹੁੰਦਾ, ਸੋ ਉਹ ਉਦੋਂ ਆਉਂਦਾ ਜਦੋਂ ਆਪਾਂ ਨੇ ਕੋਈ ਨਵੀਂ ਮੇਲ ਸ਼ੁਰੂ ਕਰਨੀ ਹੈ, ਕਿਸੇ ਨੂੰ ਨਵੀਂ ਮੇਲ ਲਿਖਣੀ ਹੈ। ਤੇ ਆਪਾਂ ਕੀ ਕਰ ਸਕਦੇ ਹਾਂ, ਜਦੋਂ ਆਪਾਂ ਨੇ ਕੋਈ ਮੇਲ ਭੇਜਣੀ ਹੈ, ਆਪਾਂ ਫੋਟੋਜ਼ ਅਪਲੋਡ ਕਰ ਸਕਦੇ ਹਾਂ, ਡਾਕੂਮੈਂਟਸ ਅਟੈਚ ਕਰ ਸਕਦੇ ਹਾਂ, ਜਾਂ ਫਿਰ ਉਹਦੇ ਵਿੱਚ ਜਿਹੜੀ ਕੰਪੋਜ਼ ਪਾਰਟ ਹੈ ਉਹਦੇ 'ਚ ਰਿਪਲਾਈ ਫਾਰਵਰਡ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਜਿਹੜੀ ਆਪਸ਼ਨ ਹੈ ਉਹ ਚੂਜ਼ ਕਰਕੇ ਆਪਾਂ ਨੂੰ ਜੋ ਚਾਹੀਦਾ ਆਪਾਂ ਉਹ ਜਿਹੜੀ ਫੰਕਸ਼ਨ ਹੈ ਉਹ ਪਰਫਾਰਮ ਕਰ ਸਕਦੇ ਹਾਂ। ਸੋ ਇਹ ਹੈ ਇੱਕ ਪੂਰਾ ਫਾਰਮੈਟ, ਤੁਹਾਨੂੰ ਚੀਜ਼ਾਂ ਕਲੀਅਰ ਹੋ ਜਾਣ ਇਸ ਲਈ ਮੈਂ ਤੁਹਾਨੂੰ ਉਰੇ ਇੱਕ ਪਿਕਚਰ ਪ੍ਰੋਵਾਈਡ ਕੀਤੀ ਹੈ। ਸੋ ਇਹ ਹੈ ਪ੍ਰਾਇਮਰੀ। ਤੁਸੀਂ ਦੇਖ ਲਓ, ਸਭ ਤੋਂ ਪਹਿਲੀ ਚੀਜ਼ ਇੰਪੋਰਟੈਂਟ ਐਗਜ਼ਾਮ ਦੇ ਲਈ ਕਿ ਇੱਕ ਜੀਮੇਲ ਦੇ ਵਿੱਚ ਕਿਹੜੇ 3 ਇਨਬਾਕਸ ਦੇ ਹੈਡਸ ਆਉਂਦੇ ਨੇ। ਸੋ 3 ਹੈਡਸ ਆਉਂਦੇ ਨੇ, ਪ੍ਰਾਇਮਰੀ, ਸੋਸ਼ਲ ਤੁਹਾਡੇ ਜੋ ਵੀ ਅਕਾਊਂਟਸ ਦੇ ਨਾਲ, ਚਾਹੇ ਕੋਈ ਸ਼ਾਪਿੰਗ ਅਕਾਊਂਟ ਹੈ, ਚਾਹੇ ਤੁਹਾਡੀ YouTube ਹੈ, ਕੋਈ Facebook ਹੈ, Instagram ਹੈ, ਜਿਹਦੇ ਨਾਲ ਵੀ ਤੁਹਾਡਾ ਇਹ ਜੀਮੇਲ ਅਕਾਊਂਟ ਲਿੰਕਡ ਹੈ, ਉਹਨੂੰ ਲੈ ਕੇ ਕੋਈ ਵੀ ਨੋਟੀਫਿਕੇਸ਼ਨ ਆਣੀ ਹੈ ਉਹ ਸੋਸ਼ਲ ਚ ਆਊ। ਫਿਰ ਹੈ ਪ੍ਰਮੋਸ਼ਨਸ, ਜਿਵੇਂ ਕੋਈ ਤੁਸੀਂ ਕਿਸੇ ਸ਼ਾਪਿੰਗ ਕਰਨ ਚਲੇ ਗਏ, ਤੁਸੀਂ ਕਿਸੇ ਆਪਣਾ ਕਾਰਡ ਤੇ ਅਕਾਊਂਟ ਦੇਤਾ, ਕਿਸੇ ਬ੍ਰਾਂਡ ਸ਼ਾਪ ਚਲੇ ਗਏ ਉੱਥੇ ਆਪਣਾ ਅਕਾਊਂਟ ਦੇਤਾ, ਜਾਂ ਤੁਹਾਨੂੰ ਰੈਂਡਮ ਕਈ ਵਾਰੀ ਵੈਸੇ ਹੀ ਬਹੁਤ ਸਾਰੀਆਂ ਪ੍ਰਮੋਸ਼ਨਲ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਕਿ ਇੰਨੇ % ਆਫ ਲੱਗਿਆ ਵਾਚ ਤੇ, ਲੈਂਸ ਕਾਰਡ ਤੇ। ਸੋ ਇਹ ਸਾਰੀਆਂ ਮੇਲਸ ਜਿਹੜੀਆਂ ਪ੍ਰਮੋਸ਼ਨਲ ਮੇਲਸ ਨੇ ਉਹ ਇਸ ਹੈਡ ਚ ਆਉਂਦੀਆਂ ਨੇ। ਤੁਹਾਡੇ ਸੋਸ਼ਲ ਨੈਟਵਰਕਿੰਗ ਸਾਈਟ ਦੇ ਨਾਲ ਸੋਸ਼ਲ, ਪ੍ਰਾਇਮਰੀ ਜੋ ਤੁਹਾਡੀ ਜਨਰਲ ਤੁਹਾਨੂੰ ਕਿਸੇ ਨੇ ਭੇਜੀਆਂ ਨੇ ਉਹ ਆਉਂਦੀਆਂ ਨੇ ਪ੍ਰਾਇਮਰੀ ਦੇ ਵਿੱਚ। ਸੋ ਜਿੱਥੇ ਤੁਸੀਂ ਇਹ ਪ੍ਰਾਇਮਰੀ ਮੇਲ ਦੇਖ ਪਾ ਰਹੇ ਹੋ ਇਹਦਾ ਨਾਮ ਹੈ ਇਨਬਾਕਸ, ਤੇ ਜਿਹੜਾ ਰੈੱਡ ਕਲਰ ਦਾ ਬਾਕਸ ਹੈ ਇਹ ਹੈ ਕੰਪੋਜ਼ ਪੇਨ, ਜਿਹਨੂੰ ਦੱਬ ਕੇ ਤੁਸੀਂ ਨਵੀਂ ਮੇਲ ਕਿਸੇ ਨੂੰ ਭੇਜ ਸਕਦੇ ਹੋ। ਤੇ ਇਹ ਇੱਕ ਪ੍ਰੋਪਰ ਪਰਫੈਕਟ ਫਾਰਮੈਟ, ਤੁਸੀਂ ਪਹਿਲਾਂ ਗ੍ਰੀਟਿੰਗ, ਫਿਰ ਮੈਸੇਜ, ਫਿਰ ਸਿਗਨੇਚਰ। ਸੋ ਇਹ ਹੈ ਤੁਹਾਡਾ ਮੈਸੇਜ ਪੇਨ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ, ਇਹਦਾ ਨਾਮ ਹੈ ਮੈਸੇਜ ਪੇਨ। ਤੇ ਤੁਸੀਂ ਦੇਖ ਸਕਦੇ ਹੋ ਨੀਚੇ ਤੁਹਾਨੂੰ ਰਿਪਲਾਈ ਜਾਂ ਫਾਰਵਰਡ ਦੀ ਆਪਸ਼ਨ ਆ ਰਹੀ ਹੈ। ਸੋ ਉਰੇ ਡੇਟ ਹੈ, ਸੈਂਡਰ ਦਾ ਨਾਮ ਹੈ, ਸੈਂਡਰ ਦਾ ਨਾਮ ਉੱਪਰ, ਰਿਸੀਵਰ ਦਾ ਨਾਮ ਨੀਚੇ। ਸੋ ਇਹ ਬੇਸਿਕ ਜਿਹੀਆਂ ਚੀਜ਼ਾਂ ਨੇ, ਤੁਸੀਂ ਜਦੋਂ ਤੱਕ ਪ੍ਰੈਕਟੀਕਲ ਚੀਜ਼ਾਂ ਨੂੰ ਨਹੀਂ ਸਮਝਦੇ, ਦੇਖ ਕੇ ਆਪਣੀ ਅੱਖਾਂ ਸਾਹਮਣੇ, ਤੁਹਾਨੂੰ ਕਈ ਵਾਰੀ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ। ਸੋ ਮੇਰਾ ਇਹੀ ਪਰਪਸ ਹੁੰਦਾ ਕਿ ਜਦੋਂ ਆਪਾਂ ਕੰਪਿਊਟਰ ਦਾ ਟੌਪਿਕ ਕਰਦੇ ਹਾਂ ਤਾਂ ਜਿੰਨਾ ਜ਼ਿਆਦਾ ਹੋ ਸਕੇ ਆਪਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਰਿਲੇਟ ਕਰਕੇ ਯਾਦ ਕਰਨ ਦੀ ਕੋਸ਼ਿਸ਼ ਕਰੀਏ। ਸੋ ਲਾਸਟ ਵਿੱਚ ਹੁਣ ਆਪਾਂ ਦੇਖਾਂਗੇ ਕਿ ਈਮੇਲ ਦੇ ਫਾਇਦੇ ਕੀ ਨੇ, ਐਡਵਾਂਟੇजेस ਕੀ ਨੇ। ਨੰਬਰ 1, ਇੱਕ ਪ੍ਰੋਡਕਟਿਵਿਟੀ ਟੂਲ ਹੈ। ਆਪਾਂ ਪੜ੍ਹ ਚੁੱਕੇ ਹਾਂ ਕਿ ਇੱਕ ਈਮੇਲ ਦੇ ਵਿੱਚ ਆਪਾਂ ਕਿੰਨਾ ਕੁਝ ਕਰ ਸਕਦੇ ਹਾਂ। ਤੁਸੀਂ ਐਡਰੈਸ ਬੁੱਕ ਬਣਾ ਲਓ, ਤੁਸੀਂ ਕੋਈ ਕਿਸੇ ਨੂੰ ਮੈਸੇਜ ਕਰ ਲਓ, ਤੁਸੀਂ ਕੋਈ ਕੈਲੰਡਰ ਸੈੱਟ ਕਰ ਸਕਦੇ ਹੋ, ਰਿਮਾਈਂਡਰਸ ਲਗਾ ਸਕਦੇ ਹੋ, ਵੀਡੀਓ ਕਾਲ ਕਰ ਸਕਦੇ ਹੋ। ਦੈਨ ਐਕਸੈਸ ਟੂ ਵੈਬ ਸਰਵਿਸ। ਸੋ ਕਹਿੰਦੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਮਾਜ਼ਨ ਹੋ ਗਈ, ਫੇਸਬੁੱਕ ਹੋ ਗਈ, ਸੋ ਇਸ ਤਰ੍ਹਾਂ ਦੇ ਜੇ ਤੁਸੀਂ ਕਿਤੇ ਵੀ ਚਾਹੁੰਦੇ ਹੋ ਕਿ ਸਾਡਾ ਇੱਕ ਸੇਫ ਅਕਾਊਂਟ ਲਿੰਕ ਹੋਵੇ ਤਾਂ ਤੁਸੀਂ ਜਿਹੜਾ ਤੁਹਾਡਾ ਗੂਗਲ ਦਾ ਅਕਾਊਂਟ ਹੈ, ਜੀਮੇਲ ਦਾ ਅਕਾਊਂਟ ਹੈ, ਉਹਦੇ ਨਾਲ ਆਪਣੇ ਆਪ ਨੂੰ ਸਾਈਨ ਅਪ ਕਰ ਸਕਦੇ ਹੋ, ਕਿਉਂਕਿ ਜੀਮੇਲ ਨੂੰ ਇੱਕ ਬਹੁਤ ਹੀ ਜ਼ਿਆਦਾ ਸੇਫ ਮੰਨਿਆ ਜਾਂਦਾ। ਇਹਦੇ ਵਿੱਚ ਡਬਲ ਆਥੈਂਟੀਕੇਸ਼ਨ ਦੀ ਫੈਸਿਲਿਟੀ ਹੈ। ਉਸ ਤੋਂ ਬਾਅਦ ਈਜ਼ੀ ਮੇਲ ਮੈਨੇਜਮੈਂਟ, ਤੁਹਾਨੂੰ ਬਹੁਤ ਸੌਖਾ ਹੈ। ਜਿਹੜਾ ਕਹਿੰਦੇ ਇਹਦਾ ਇੱਕ ਤਰੀਕਾ ਹੈ, ਫਾਰਮੈਟ ਹੈ, ਟੂਲਸ ਨੇ, ਇਹਨੂੰ ਯੂਜ਼ ਕਰਨਾ ਬਹੁਤ ਸੌਖਾ ਹੈ। ਦੈਨ ਪ੍ਰਾਈਵੇਸੀ, ਤੁਹਾਡੀ ਚੈਟ ਨੂੰ ਤੁਸੀਂ ਕਿਸੇ ਨੂੰ ਕੀ ਮੇਲ ਭੇਜੀ ਆ ਉਹਨੂੰ ਕੋਈ ਨਹੀਂ ਪੜ੍ਹ ਸਕਦਾ। ਇਹ ਇੱਕ ਪਰਸਨਲ ਪ੍ਰਾਈਵੇਟ ਅਕਾਊਂਟ ਹੈ, ਇਹਦੇ ਉੱਤੇ ਇੱਕ ਪ੍ਰੋਪਰ ਪਾਸਵਰਡ ਲੱਗਿਆ ਹੋਇਆ, ਜੋ ਪਾਸਵਰਡ ਸਿਰਫ ਤੁਹਾਨੂੰ ਹੀ ਪਤਾ ਹੋ। ਨੈਕਸਟ ਹੈ ਕਮਿਊਨੀਕੇਸ਼ਨ ਵਿਦ ਮਲਟੀਪਲ ਪੀਪਲ, ਤੁਸੀਂ ਇੱਕ ਸਮੇਂ ਤੇ ਚਾਹੇ 1000 ਮੇਲ ਭੇਜ ਲਓ, 1000 ਲੋਕਾਂ ਨਾਲ ਤੁਸੀਂ ਵਾਰਤਾਲਾਪ ਕਰ ਲਓ, ਕੋਈ ਮਨਾਹੀ ਨਹੀਂ ਹੈ। ਲਾਸਟ ਸਭ ਤੋਂ ਇੰਪੋਰਟੈਂਟ ਫੰਕਸ਼ਨ ਹੈ ਐਕਸੈਸਿਬਲ ਐਨੀਵੇਅਰ ਐਟ ਐਨੀ ਟਾਈਮ। ਜ਼ਰੂਰੀ ਨਹੀਂ ਤੁਸੀਂ ਘਰੇ ਬਹਿ ਕੇ ਮੇਲ ਖੋਲ ਕੇ ਦੇਖ ਸਕਦੇ ਹੋ। ਜੇ ਤੁਹਾਡੇ ਫੋਨ ਦੇ ਵਿੱਚ ਮੇਲ ਹੈ, ਇੱਕ ਜੀਮੇਲ ਐਪਲੀਕੇਸ਼ਨ ਹੈ, ਜਾਂ ਤੁਹਾਡੇ ਕੋਲ ਨੈਟ ਹੈ, ਤਾਂ ਤੁਸੀਂ ਵੈਬ ਬਰਾਊਜ਼ਰ ਤੇ ਜਦੋਂ ਮਰਜ਼ੀ gmail.com ਭਰੋ, ਆਪਣੀ ਮੇਲ ਖੋਲੋ, ਜੋ ਵੀ ਤੁਸੀਂ ਇਨਫੋਰਮੇਸ਼ਨ ਚਾਹੁੰਦੇ ਹੋ, ਇਨਬਾਕਸ ਚੈੱਕ ਕਰਨਾ ਚਾਹੁੰਦੇ ਹੋ, ਕੋਈ ਇੰਪੋਰਟੈਂਟ ਮੇਲਸ ਚੈੱਕ ਕਰਨੀਆਂ ਚਾਹੁੰਦੇ ਹੋ, ਉਹ ਦੇਖ ਸਕਦੇ ਹੋ। ਬਸ ਤੁਹਾਡੇ ਕੋਲ ਸਿਰਫ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ, ਚਾਹੇ ਉਹ ਕੰਪਿਊਟਰ ਹੈ, ਚਾਹੇ ਉਹ ਮੋਬਾਈਲ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਐਕਸੈਸ ਕਰ ਸਕਦੇ ਹੋ, ਆਪਣੀ ਮੇਲ ਨੂੰ ਖੋਲ ਸਕਦੇ ਹੋ। ਸੋ ਇਹ ਸੀ ਆਪਣਾ ਇੰਪੋਰਟੈਂਟ ਟੌਪਿਕ ਈਮੇਲ ਕਮਿਊਨੀਕੇਸ਼ਨ ਦਾ। ਆਈ ਹੋਪ ਤੁਹਾਨੂੰ ਸਾਰੇ ਕੰਸੈਪਟ ਸਮਝ ਆਏ ਹੋਣਗੇ। Please do subscribe to my channel Victor's Knowledge, support it, like it, share it and comment on my videos. Thank you and good luck.